ਬੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਸ਼ਰਨ ਕੌਰ। ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨੀ ਆ ਉਹ ਕਾਫੀ ਜ਼ਿਆਦਾ ਸੰਜੀਦਾ ਹੋ ਸਕਦਾ ਹੈ ਤੇ ਜੇਕਰ ਕੁਝ ਪਰਿਵਾਰਿਕ ਮੈਂਬਰ ਇਹ ਚਾਹਣ ਕਿ ਉਹਨਾਂ ਦੇ ਬੱਚੇ ਇਸ ਐਪੀਸੋਡ ਨੂੰ ਨਾ ਦੇਖਣ ਅਤੇ ਉਹ ਸਾਰੀ ਜਾਣਕਾਰੀ ਨਾ ਹਾਸਿਲ ਕਰਨ ਆਪਣੀ ਉਮਰ ਦੇ ਲਿਹਾਜ਼ ਦੇ ਨਾਲ, ਤਾਂ ਉਹ ਇਹਨਾਂ ਨੂੰ ਨਹੀਂ ਦਿਖਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ, ਕਿਉਂਕਿ ਕੁਝ ਗੱਲਾਂ ਅਜਿਹੀਆਂ ਹੋਣਗੀਆਂ ਇਸ ਦੇ ਵਿੱਚ ਜੋ ਕਿ ਤੁਹਾਨੂੰ ਝੰਜੋੜ ਸਕਦੀਆਂ ਨੇ। ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ 6ਵਾਂ ਦਰਿਆ ਵਗ ਰਿਹਾ ਹੈ ਨਸ਼ਿਆਂ ਦਾ। ਕਿਤੇ ਕਿਸੇ ਪਰਿਵਾਰ ਦੇ ਵਿੱਚ ਕੋਈ ਨੌਜਵਾਨ ਮੁੰਡਾ ਨਸ਼ੇ ਕਰ ਰਿਹਾ ਤਾਂ ਕਿਤੇ ਕੋਈ ਨੌਜਵਾਨ ਕੁੜੀ ਵੀ ਇਸ ਦੀ ਚਪੇਟ ਦੇ ਵਿੱਚ ਆਈ ਹੈ। ਪਰਿਵਾਰਾਂ ਦੇ ਪਰਿਵਾਰ ਇਸ ਕਰਕੇ ਤਬਾਹ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਬੱਚੇ, ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਇਸ ਨਸ਼ੇ ਦੀ ਚਪੇਟ ਦੇ ਵਿੱਚ ਆ ਚੁੱਕੀਆਂ ਨੇ। ਘਰਾਂ ਦੇ ਵਿੱਚ ਵੱਖ-ਵੱਖ ਕੋਨਿਆਂ ਦੇ ਵਿੱਚ ਬੈਠੇ ਦੇਖਿਆ ਗਿਆ ਕਿ ਪਰਿਵਾਰਿਕ ਮੈਂਬਰ ਮੂੰਹ ਦਬਾ ਕੇ ਰੋਣ ਦੇ ਲਈ ਮਜਬੂਰ ਹੋਏ ਪਏ ਨੇ। ਇਹ ਤਾਂ ਕਹਿੰਦੇ ਵੀ ਦੇਖੇ ਗਏ ਮਾਂ-ਬਾਪ ਕਿ ਸਾਡੇ ਬੱਚੇ ਮਰ ਕਿਉਂ ਨਹੀਂ ਜਾਂਦੇ, ਪਰ ਦੂਸਰੇ ਪਾਸੇ ਇਹ ਬੱਚੇ ਵੀ ਆਖਿਰਕਾਰ ਕੀ ਕਰਨ, ਜੋ ਕਿ ਨਸ਼ਾ ਛੱਡਣਾ ਤਾਂ ਜ਼ਰੂਰ ਚਾਹੁੰਦੇ ਨੇ ਪਰ ਚਾਹ ਕੇ ਵੀ ਇਹ ਮਜਬੂਰ ਨੇ ਅਤੇ ਕਹਿੰਦੇ ਨੇ ਕਿ ਸਾਨੂੰ ਲੱਤ ਲੱਗ ਚੁੱਕੀ ਹੈ ਤੇ ਅਸੀਂ ਚਾਹ ਕੇ ਵੀ ਇਸ ਨਸ਼ੇ ਨੂੰ ਛੱਡ ਨਹੀਂ ਪਾ ਰਹੇ। ਇਸ ਸਾਰੇ ਮਾਮਲੇ ਸੰਬੰਧੀ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਕਰਨ ਧਵਨ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਜਾਣਾਂਗੇ ਅਹਿਮ ਜਾਣਕਾਰੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਇਹੀ ਜਾਣਨਾ ਚਾਹਾਂਗੇ ਪਹਿਲਾਂ ਕਿ ਆਖਿਰਕਾਰ ਚਾਹ ਕੇ ਵੀ ਨੌਜਵਾਨ ਮੁੰਡੇ ਕੁੜੀਆਂ ਜਦੋਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਧਸ ਜਾਂਦੇ ਨੇ ਤਾਂ ਇਸ ਨੂੰ ਛੱਡ ਕਿਉਂ ਨਹੀਂ ਪਾਉਂਦੇ। ਕਹਿੰਦੇ ਨੇ ਕਿ ਅਸੀਂ ਲੱਖ ਕੋਸ਼ਿਸ਼ਾਂ ਕਰ ਲਈਆਂ, ਕਰੋੜਾਂ ਰੁਪਏ ਬਰਬਾਦ ਵੀ ਕਰ ਦਿੱਤੇ, ਪਰ ਫਿਰ ਵੀ ਅਸੀਂ ਬਾਹਰ ਨਹੀਂ ਨਿਕਲ ਪਾ ਰਹੇ। ਕੀ ਕਹੋਗੇ ਇਸ ਤੇ? ਬੇਸਿਕਲੀ ਦੇਖੋ, ਜਿਹੜੀ ਨਸ਼ੇ ਦੀ ਲੱਤ ਹੈਗੀ ਹੈ, ਜਿਹਨੂੰ ਆਪਾਂ ਡਿਪੈਂਡੈਂਸ ਕਹਿੰਦੇ ਆ, ਪਹਿਲੀ ਚੀਜ਼ ਜੋ ਸਾਨੂੰ ਸਮਝਣ ਦੇ ਲਈ ਜ਼ਰੂਰੀ ਹੈਗੀ ਹੈ ਉਹ ਇਹ ਹੈ ਕਿ ਇਹ ਨਸ਼ਾ ਹੁੰਦਾ ਕੀ ਹੈ। ਜਦ ਤੱਕ ਸਾਨੂੰ ਇਹੀ ਨਹੀਂ ਪਤਾ ਹੋਏਗਾ ਕਿ ਇਹ ਚੀਜ਼ ਕੀ ਹੈ ਤਾਂ ਆਪਾਂ ਇਸ ਚੀਜ਼ ਦਾ ਇਲਾਜ ਨਹੀਂ ਕਰ ਸਕਦੇ। ਸੋ ਟੂ ਕਾਲ ਐਨੀਥਿੰਗ ਐਜ਼ ਡਿਪੈਂਡੈਂਸ, ਕਿਸੇ ਵੀ ਚੀਜ਼ ਨੂੰ ਡਿਪੈਂਡੈਂਸ ਕਹਿਣ ਲਈ, ਕਿਸੇ ਵੀ ਨਸ਼ੇ ਨੂੰ ਡਿਪੈਂਡੈਂਸ ਕਹਿਣ ਲਈ ਸਾਨੂੰ ਕੁਝ ਕ੍ਰਾਈਟੇਰੀਆ ਫੁਲਫਿਲ ਕਰਨੇ ਪੈਂਦੇ ਨੇ। ਇਸ ਚੀਜ਼ ਨਾਲ ਸਾਨੂੰ ਇਹ ਚੀਜ਼ ਪਤਾ ਲੱਗੇਗੀ ਕਿ ਸਾਡਾ ਬੱਚਾ ਜਿਹੜਾ ਹੈਗਾ ਉਹ ਨਸ਼ੇ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ। ਤੇ ਪਹਿਲੀ ਚੀਜ਼ ਜਿਹੜੀ ਸਾਨੂੰ ਪਤਾ ਚੱਲਦੀ, ਦੇਖਣ ਨਾਲ ਪਤਾ ਲੱਗ ਸਕਦੀ ਹੈ, ਉਹ ਇਹ ਹੈਗੀ ਹੈ ਕਿ ਜਿਹੜਾ ਬੱਚਾ ਹੈਗਾ ਉਹ ਇੱਕ ਪਿਛਲੇ ਸਾਲ ਦੇ ਵਿੱਚ 1 ਮਹੀਨੇ ਤੋਂ ਜ਼ਿਆਦਾ ਕੋਈ ਵੀ ਨਸ਼ਾ ਤਾਂ ਨਹੀਂ ਕਰ ਰਿਹਾ ਸੀਗਾ। ਜੇਕਰ ਉਹ ਕਰ ਰਿਹਾ ਸੀਗਾ ਤੇ ਉਹਨੂੰ ਇਹ ਜਿਹੜੇ ਮੈਂ ਸਿੰਪਟਮਸ ਦੱਸਾਂਗਾ ਉਹ ਸਿੰਪਟਮਸ ਹੋ ਰਹੇ ਸੀਗੇ ਜਾਂ ਨਹੀਂ ਹੋ ਰਹੇ ਸੀਗੇ। ਉਹਦੇ ਵਿੱਚ ਜਿਹੜਾ ਪਹਿਲਾ ਸਿੰਪਟਮ ਆਉਂਦਾ ਹੈ ਉਹ ਹੈਗਾ ਕ੍ਰੇਵਿੰਗ। ਜਦ ਬੱਚਾ ਪਹਿਲੀ ਵਾਰੀ ਨਸ਼ਾ ਕਰਦਾ ਹੈ ਤਦ ਤੱਕ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਉਹ ਕਰ ਰਿਹਾ ਸੀ, ਕਿਉਂਕਿ ਉਹ ਦੂਜੇ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਕੇ ਨਸ਼ਾ ਸ਼ੁਰੂ ਕਰਦਾ ਹੈ। ਉਹਨਾਂ ਤੋਂ ਪੁੱਛ ਕੇ ਸ਼ੁਰੂ ਕਰਦਾ ਹੈ ਕਿ ਚੱਲ ਵੀ ਦੇਖ ਲਈਏ ਇੱਕ ਵਾਰੀ ਕੀ ਹੁੰਦਾ ਕੀ ਹੈ ਇਹਦੇ ਨਾਲ। ਸੋ ਜਦ ਇਹ ਸ਼ੁਰੂ ਹੁੰਦਾ ਹੈ ਤਾਂ ਬੱਚੇ ਨੂੰ ਪਤਾ ਨਹੀਂ ਲੱਗਦਾ ਕਿ ਉਸ ਨੂੰ ਇਸ ਚੀਜ਼ ਦੀ ਕ੍ਰੇਵਿੰਗ ਜਾਂ ਤਲਬ ਲੱਗਣ ਲੱਗ ਜੂਗੀ। ਤੇ ਕ੍ਰੇਵਿੰਗ ਜਾਂ ਉਸ ਚੀਜ਼ ਦੀ ਤਲਬ is the first symptom to call any substance as dependence। ਜੇਕਰ ਕਿਸੇ ਨੂੰ ਕ੍ਰੇਵਿੰਗ ਤੇ ਤਲਬ ਹੋ ਰਹੀ ਹੈ ਤਾਂ ਆਪਾਂ ਉਹਨੂੰ ਇੱਕ ਕ੍ਰਾਈਟੇਰੀਆ ਮੰਨਦੇ ਨੇ ਫॉर ਡਿਪੈਂਡੈਂਸ। ਦੂਜੀ ਜਿਹੜਾ ਕ੍ਰਾਈਟੇਰੀਆ ਹੈਗਾ, ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਹੈ, ਉਹਨੂੰ ਆਪਾਂ ਵਿਡਰੋਲ ਕਹਿੰਦੇ ਹਾਂ। ਵਿਡਰੋਲ ਦਾ ਮਤਲਬ ਹੈਗਾ ਜੇ ਆਪਾਂ ਉਸ ਨਸ਼ੇ ਨੂੰ ਬੰਦ ਕਰਦੇ ਹਾਂ ਤਾਂ ਸਾਨੂੰ ਜਾਂ ਤਾਂ ਸਾਈਕੋਲੋਜੀਕਲ ਸਿੰਪਟਮਸ ਹੁੰਦੇ ਨੇ ਜਾਂ ਸਾਨੂੰ ਥੋੜੇ ਬਹੁਤ ਫਿਜ਼ੀਕਲ ਸਿੰਪਟਮਸ ਹੁੰਦੇ ਨੇ। ਹੁਣ ਜਿਵੇਂ ਆਪਾਂ ਦੇਖੀਏ ਬਹੁਤ ਤਰ੍ਹਾਂ ਦੇ ਨਸ਼ੇ ਨੇ ਤੇ ਹਰ ਨਸ਼ੇ ਦੇ ਡਿਫਰੈਂਟ ਸਿੰਪਟਮਸ ਹੁੰਦੇ ਨੇ। ਜੇ ਆਪਾਂ ਓਪੀਓਇਡਸ ਦੀ ਗੱਲ ਕਰੀਏ, ਜਿਵੇਂ ਹੈਰੋਇਨ ਹੋ ਗਈ, ਅਫੀਮ ਹੋ ਗਈ, ਭੁੱਕੀ ਹੋ ਗਈ, ਜੇ ਆਪਾਂ ਉਹਨਾਂ ਦੇ ਵਿਡਰੋਲ ਸਿੰਪਟਮਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਮਰੀਜ਼ ਨੂੰ ਪਹਿਲਾਂ ਸਰੀਰ ਦੇ ਵਿੱਚ ਦਰਦ, ਬੋਡੀ ਪੇਨਸ, ਅੱਖਾਂ ਚੋਂ ਪਾਣੀ, ਨੱਕ ਚੋਂ ਪਾਣੀ, ਛਿੱਕਾਂ, ਡਾਇਰੀਆ, ਲੂਜ਼ ਮੋਸ਼ਨਸ, ਇਹ ਸਿੰਪਟਮਸ ਸ਼ੁਰੂ ਹੋ ਜਾਂਦੇ ਨੇ। ਤੇ ਨੀਂਦ ਘੱਟ ਆਉਣਾ, ਭੁੱਖ ਨਾ ਲੱਗਣਾ, ਉਲਟੀਆਂ ਆਉਣ ਲੱਗ ਜਾਣਾ, ਇਹ ਸਾਰੇ ਸਿੰਪਟਮਸ ਵੀ ਉਹਦੇ ਪਾਰਟ ਹੁੰਦੇ ਨੇ। ਜੇਕਰ ਆਪਾਂ ਐਲਕੋਹਲ ਦੀ ਗੱਲ ਕਰੀਏ, ਸ਼ਰਾਬ ਦੇ ਨਸ਼ੇ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਜਿਹੜੇ ਸਿੰਪਟਮਸ ਹੁੰਦੇ ਨੇ ਵਿਡਰੋਲ ਦੇ, ਉਹ ਥੋੜੇ ਜਿਹੇ ਵੱਖਰੇ ਹੁੰਦੇ ਨੇ। ਵਿਡਰੋਲ ਆਫ ਐਲਕੋਹਲ ਦੇ ਵਿੱਚ ਲੋਕਾਂ ਦੇ ਯੂਜੂਅਲੀ ਹੱਥ ਕੰਬਣ ਲੱਗ ਜਾਂਦੇ ਨੇ। ਜੇਕਰ ਉਹਨਾਂ ਦੇ ਹੱਥ ਕੰਬਣ ਲੱਗ ਜਾਂਦੇ ਨੇ, ਉਹ ਸਵੇਰ ਨੂੰ ਵੀ ਡਰਿੰਕ ਕਰਨਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਮੈਨੂੰ ਜਦ ਸ਼ਰਾਬ ਛੱਡਣ ਦੀ ਮੈਂ ਕੋਸ਼ਿਸ਼ ਕਰਦਾ ਤੇ ਮੇਰੇ ਤੋਂ ਨਹੀਂ ਹੋ ਪਾਉਂਦਾ ਕਿਉਂਕਿ ਮੇਰੇ ਹੱਥ ਕੰਬਦੇ ਨੇ।
ਜਾਂ ਜੀ ਕੁਝ ਲੋਕੀ ਕਹਿੰਦੇ ਨੇ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਡਿਕਰੀਜ਼ ਸਲੀਪ ਇਜ਼ ਆਲਸੋ ਅ ਸਿੰਪਟਮ ਆਫ ਵਿਡਰਾਲ ਆਫ ਐਲਕੋਹਲ। ਤੇ ਨੀਂਦ ਘੱਟ ਆਉਣਾ, ਹੱਥ ਪੈਰ ਕੰਬਣ ਲੱਗ ਜਾਣਾ, ਇਰੀਟੇਸ਼ਨ ਹੋ ਜਾਣਾ, ਚਿੜਚਿੜਾਪਨ ਹੋਣ ਲੱਗ ਜਾਣਾ, ਇਹ ਸਾਰੇ ਐਲਕੋਹਲ ਵਿਡਰਾਲ ਦੇ ਸਿੰਪਟਮਸ ਨੇ। ਇਹਦੇ ਵਿੱਚ ਹੋਰ ਵੀ ਸਿੰਪਟਮਸ ਨੇ, ਜਿਵੇਂ ਕਿ ਬੋਡੀਲੀ ਸਿੰਪਟਮਸ ਹੋ ਸਕਦੇ ਨੇ, ਕਿਸੇ ਦੇ ਲਿਵਰ ਦੇ ਫੰਕਸ਼ਨ ਟੈਸਟ ਜਿਹੜੇ ਨੇ ਉਹ ਵਧੇ ਹੋਏ ਆ ਸਕਦੇ ਨੇ, ਕਿਸੇ ਦੀ ਕਿਡਨੀਆਂ ਤੇ ਇਫੈਕਟ ਹੋ ਸਕਦਾ ਹੈ, ਕਿਸੇ ਨੂੰ ਚੱਲਣ ਦੇ ਵਿੱਚ ਤਕਲੀਫ ਹੋ ਸਕਦੀ ਹੈ, ਹੱਥ ਪੈਰਾਂ 'ਚ ਦਰਦ ਹੋ ਸਕਦਾ ਹੈ। these are the symptoms for alcohol withdrawal। ਉਦਾਂ ਹੀ ਜਿਵੇਂ ਆਪਾਂ ਬੀੜੀ ਜਾਂ ਸਿਗਰਟ ਦੀ ਗੱਲ ਕਰੀਏ, ਉਹਦਾ ਵੀ ਵਿਡਰਾਲ ਹੁੰਦਾ ਹੈ, ਬਟ ਉਹਦਾ ਵਿਡਰਾਲ ਜਿਹੜਾ ਹੈਗਾ ਉਹ ਸਾਈਕੋਲੋਜੀਕਲ ਵਿਡਰਾਲ ਜ਼ਿਆਦਾ ਹੁੰਦਾ ਹੈ, ਯਾਨੀ ਕਿ ਦਿਮਾਗੀ ਸਿੰਪਟਮ ਜ਼ਿਆਦਾ ਹੁੰਦੇ ਨੇ ਰਾਦਰ ਦੈਨ ਫਿਜ਼ੀਕਲ ਬੋਡੀਲੀ ਸਿੰਪਟਮਸ। ਦਿਮਾਗੀ ਸਿੰਪਟਮਸ ਦੇ ਵਿੱਚ ਆਪਾਂ ਉਹਨੂੰ ਕਹਿੰਦੇ ਹਾਂ ਕਿ ਬੰਦਾ ਬਹੁਤ ਇਰੀਟੇਟ ਹੋਣ ਲੱਗ ਜਾਂਦਾ ਹੈ, ਛੋਟੀ ਛੋਟੀ ਗੱਲ ਤੇ ਉਹਨੂੰ ਲੱਗਦਾ ਹੈ ਕਿ ਮੈਂ ਜਾ ਕੇ ਪਹਿਲੇ ਸਿਗਰਟ ਪੀਵਾਂ ਫਿਰ ਮੈਂ ਸੋਚਾਂ। ਜਦ ਵੀ ਕੋਈ ਸਟ੍ਰੈਸਫੁਲ ਐਕਟੀਵਿਟੀ ਹੁੰਦੀ ਹੈ, ਕੋਈ ਵੀ ਘਰ 'ਚ ਸਟ੍ਰੈਸ ਵਾਲੀ ਜਾਂ ਕੋਈ ਵੀ ਟੈਨਸ਼ਨ ਵਾਲੀ ਗੱਲ ਹੁੰਦੀ ਹੈ, ਤਾਂ ਉਹਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਇੱਕ ਸਿਗਰਟ ਪੀ ਲਵਾਂ ਫਿਰ ਮੈਂ ਸੋਚਾਂਗਾ, ਕਿਉਂਕਿ ਉਹਨਾਂ ਦਾ ਦਿਮਾਗ ਥੋੜਾ ਜਿਹਾ ਘੱਟ ਕੰਮ ਕਰਨ ਲੱਗ ਜਾਂਦਾ ਹੈ। ਸੋ these are the symptoms of withdrawal in nicotine dependence। ਇਦਾਂ ਹੀ ਵੱਖਰੇ ਵੱਖਰੇ ਬਿਮਾਰੀਆਂ ਦੇ ਵਿੱਚ ਵੱਖਰੇ ਵੱਖਰੇ withdrawal symptoms ਹੁੰਦੇ ਨੇ। then we come to the third most important, ਜਿਹੜਾ ਕਿ ਤੀਜਾ ਬਹੁਤ ਇੰਪੋਰਟੈਂਟ ਸਿੰਪਟਮ ਹੈ, ਉਹਨੂੰ ਆਪਾਂ ਕਹਿੰਦੇ ਟੋਲਰੈਂਸ। ਟੋਲਰੈਂਸ ਜੀ ਦਾ ਮਤਲਬ ਹੈਗਾ ਕਿ ਅੱਜ ਮੈਂ ਨਸ਼ਾ ਜਦ ਕਰਿਆ ਤੇ ਮੈਂ ਇੱਕੋ ਪੈਗ ਲਾਇਆ ਤੇ ਮੈਨੂੰ ਬਹੁਤ ਜ਼ਿਆਦਾ ਨਸ਼ਾ ਹੋ ਗਿਆ। ਜਦ ਆਪਾਂ ਸੁਣਿਆ ਹੋਵੇਗਾ ਕਿ ਆਪਾਂ ਬਹੁਤ ਸਾਰੇ ਲੋਕਾਂ ਤੋਂ ਸੁਣਦੇ ਹਾਂ ਕਿ ਜਦ ਮੈਂ ਨਸ਼ਾ ਸ਼ੁਰੂ ਕਰਿਆ ਤਾਂ ਮੈਨੂੰ ਇੱਕ ਪੈਗ ਜਾਂ ਦੋ ਪੈਗ ਦੇ ਵਿੱਚ ਹੀ ਨਸ਼ਾ ਹੋ ਜਾਂਦਾ ਸੀ, ਬਟ ਹੁਣ ਮੇਰੀ ਕੈਪੈਸਿਟੀ ਵੱਧ ਗਈ ਹੈ, ਹੁਣ ਮੈਂ ਪਹਿਲਾਂ ਤੋਂ ਬਹੁਤ ਜ਼ਿਆਦਾ ਪੀ ਲੈਂਦਾ ਫਿਰ ਵੀ ਮੈਨੂੰ ਕੁਝ ਨਹੀਂ ਹੁੰਦਾ। ਉਹ ਬੇਸਿਕਲੀ ਉਹਨਾਂ ਦੀ ਕੈਪੈਸਿਟੀ ਨਹੀਂ ਵਧੀ ਹੈਗੀ ਹੈ। that is called as tolerance, which is again a symptom to call the patient is getting addicted towards the drug। patient ਨੂੰ addiction ਹੋ ਰਹੀ ਹੈ, ਉਸੇ ਸੇਮ ਇਫੈਕਟ ਨੂੰ ਪਾਉਣ ਦੇ ਲਈ ਉਹਨੂੰ ਜ਼ਿਆਦਾ ਨਸ਼ਾ ਕਰਨਾ ਪੈ ਰਿਹਾ। ਜੀ this is the third symptom। ਇਦਾਂ ਹੀ there are other symptoms, one of them is loss of control। ਆਪਾਂ ਸੋਚ ਕੇ ਚੱਲਦੇ ਹਾਂ ਕਿ ਅੱਜ ਮੈਂ ਇੱਕੋ ਪੈਗ ਲਾਣਾ ਹੈਗਾ, ਬਟ ਜਦ ਆਪਾਂ ਬਹਿ ਜਾਂਦੇ ਹਾਂ ਤਾਂ ਯਾਰ ਮੈਨੂੰ ਤਾਂ ਕੰਟਰੋਲ ਹੀ ਨਹੀਂ ਹੋ ਪਾਉਂਦਾ, ਮੈਂ ਤਾਂ ਆਪਣੇ ਤੇ ਕੰਟਰੋਲ ਹੀ ਨਹੀਂ, ਕਾਬੂ ਹੀ ਨਹੀਂ ਰੱਖ ਪਾਉਂਦਾ, ਤੇ ਮੈਂ 2 3 4 ਜਿੰਨੇ ਪੈਗ ਲੈ ਲੈਂਦਾ ਪਤਾ ਹੀ ਨਹੀਂ ਚੱਲ ਪਾਉਂਦਾ। ਉਹ ਤਾਂ ਬਸ ਸਵੇਰੇ ਹੀ ਪਤਾ ਲੱਗਦਾ ਹੈ ਕਿ ਕਿੰਨੀ ਪੂਰੀ ਬੋਟਲ ਹੀ ਖਤਮ ਹੋ ਗਈ। ਸੋ that is again a symptom of alcohol addiction or any addiction as such। ਫਿਫਥ ਸਿੰਪਟਮ ਜਿਹੜਾ ਕਿ ਇੰਪੋਰਟੈਂਟ ਸਿੰਪਟਮ ਮੈਂ ਮੰਨਦਾ ਉਹ ਇਹ ਹੈਗਾ ਕਿ ਬੰਦੇ ਦਾ ਸਾਰਾ ਧਿਆਨ ਸਿਰਫ ਨਸ਼ੇ ਵੱਲ ਹੀ ਹੁੰਦਾ ਹੈ। ਨਸ਼ਾ ਕਿੱਥੋਂ ਲਿਆਇਆ ਜਾਵੇ, ਕਿੱਥੇ ਲਿੱਤਾ ਜਾਵੇ ਤੇ ਕਿੱਥੋਂ ਉਹਦੇ ਪੈਸੇ ਅਰੇਂਜ ਹੋਣ। ਪੂਰਾ ਦਾ ਪੂਰਾ ਦਿਨ ਬੰਦੇ ਦਾ ਸਿਰਫ ਨਸ਼ੇ ਦੇ ਇਰਦ ਗਿਰਦ ਹੀ ਚੱਲਦਾ ਹੈ, ਰਾਦਰ ਦੈਨ ਐਨੀਥਿੰਗ ਐਲਸ। ਘਰ ਦੇ ਕੰਮ, ਘਰੇਲੂ ਕੰਮ ਕੁਝ ਨਹੀਂ ਕਰ ਪਾਉਂਦਾ ਬੰਦਾ। ਜਦ ਮੈਂ ਪੇਸ਼ੈਂਟ ਵੀ ਦੇਖਦਾ ਹੈ, ਮਰੀਜ਼ ਮੇਰੇ ਕੋਲ ਆਉਂਦੇ ਹੈ, ਉਹ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਕਦ ਤੋਂ ਨਸ਼ਾ ਕਰ ਰਹੇ ਹੋ, ਉਹ ਕਹਿਣਗੇ ਜੀ ਮੈਂ ਤਾਂ 5 ਸਾਲ ਤੋਂ ਨਸ਼ਾ ਕਰ ਰਿਹਾ। ਬਟ ਜਦੋਂ ਦਵਾਈ ਲੈਣ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਤੁਹਾਨੂੰ ਹੱਲੇ 5 ਦਿਨ ਦੀ ਦਵਾਈ ਦੇ ਰਿਹਾ, ਸਿੰਸ ਇਨ ਡੀ ਐਡਿਕਸ਼ਨ ਸੈਂਟਰ ਯੂ ਹੈਵ ਟੂ ਗਿਵ ਫॉर 5 days ਓਨਲੀ ਇਨ ਦ ਬਿਗਿਨਿੰਗ। ਤੇ ਮੈਂ ਉਹਨਾਂ ਨੂੰ ਦੱਸਦਾ ਕਿ ਪਹਿਲਾਂ ਤੁਸੀਂ 5 ਦਿਨ ਬਾਅਦ ਮੈਨੂੰ ਦੁਬਾਰਾ ਦਿਖਾਣ ਆਉਣਾ ਹੈ। ਤਾਂ ਪੇਸ਼ੈਂਟ ਦਾ ਫਸਟ ਰਿਸਪੌਂਸ ਇਹ ਹੁੰਦਾ ਨਹੀਂ ਨਹੀਂ ਸਰ, ਮੈਂ ਤਾਂ 3 4 ਦਿਨ ਲੈਣੀ ਹੈ ਬਸ ਇਹ ਮੈਡੀਸਿਨ, ਮੈਂ ਤਾਂ ਠੀਕ ਹੋ ਜਾਣਾ, ਮੈਨੂੰ ਕੋਈ ਇੰਨੀ ਐਡਿਕਸ਼ਨ ਵਾਲੀ ਪ੍ਰੋਬਲਮ ਨਹੀਂ ਹੈ। ਸੋ ਫਸਟ ਥਿੰਗ ਇਜ਼ ਮਿਸ ਐਜੂਕੇਸ਼ਨ। ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਹੜਾ ਬੰਦਾ 5 ਸਾਲ ਤੋਂ ਨਸ਼ੇ ਕਰ ਰਿਹਾ ਹੈ ਉਹ ਇੱਕਦਮ ਇੱਕ ਦਿਨ ਦੇ ਵਿੱਚ ਨਹੀਂ ਛੱਡ ਸਕਦਾ। ਇਟ ਇਜ਼ ਅ ਡਿਸਆਰਡਰ ਜਸਟ ਲਾਈਕ ਐਨੀ ਅਦਰ ਡਿਸਆਰਡਰ। ਜਿਵੇਂ ਸ਼ੂਗਰ ਦੀ ਬਿਮਾਰੀ ਹੈਗੀ ਹੈ, ਜਿਵੇਂ ਬੀਪੀ ਦੀ ਬਿਮਾਰੀ ਹੈਗੀ ਹੈ, ਉਸੇ ਤਰ੍ਹਾਂ ਨਸ਼ੇ ਦੀ ਵੀ ਇੱਕ ਬਿਮਾਰੀ ਹੈਗੀ ਹੈ। ਜਦ ਆਪਾਂ ਬੀਪੀ ਦੀ ਮੈਡੀਕੇਸ਼ਨ ਲੈਣ ਲੱਗਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬੀਪੀ ਦੀ ਮੈਡੀਕੇਸ਼ਨ ਰੈਗੂਲਰਲੀ ਲੈਣੀ ਹੈ, ਕਿਉਂਕਿ ਜੇ ਤੁਸੀਂ ਬੀਪੀ ਦੀ ਮੈਡੀਕੇਸ਼ਨ ਬੰਦ ਕਰੋਗੇ, ਜਿਵੇਂ ਹੀ ਤੁਸੀਂ ਬੰਦ ਕਰੋਗੇ ਤੁਹਾਡਾ ਬੀਪੀ ਵੱਧ ਸਕਦਾ ਹੈ। ਉਵੇਂ ਹੀ ਜਦ ਸ਼ੂਗਰ ਦੇ ਮਰੀਜ਼ ਨੂੰ ਆਪਾਂ ਮੈਡੀਸਿਨ ਦਿੰਦੇ ਹਾਂ, ਆਪਾਂ ਕਹਿੰਦੇ ਹਾਂ ਕਿ ਤੁਸੀਂ ਸ਼ੂਗਰ ਦੀ ਮੈਡੀਸਿਨ ਬੰਦ ਨਹੀਂ ਕਰਨੀ ਜੀ, ਜੇ ਤੁਸੀਂ ਬੰਦ ਕਰੋਗੇ ਤੁਹਾਡੀ ਸ਼ੂਗਰ ਵੱਧ ਜੂਗੀ। ਬਟ ਨਸ਼ੇ ਦੇ ਵਿੱਚ ਫਸਟ ਥਿੰਗ ਇਜ਼ ਜਿਹੜਾ ਕਿ ਲੋਕਾਂ ਨੂੰ ਹੀ ਲੱਗਣ ਲੱਗ ਜਾਂਦਾ ਹੈ ਉਹ ਇਹ ਹੈਗਾ ਕਿ ਇਹ ਤਾਂ ਨਸ਼ੇ ਛਡਾਊ ਗੋਲੀ ਲੈ ਰਹੇ ਆ, ਆਪਾਂ ਇਸੇ ਗੋਲੀ ਤੇ ਨਾ ਲੱਗ ਜਾਈਏ। ਇਹ ਗੋਲੀ ਨਾ ਲੈ ਕੇ ਸਾਨੂੰ ਕੁਝ ਨਹੀਂ ਲੈਣਾ, ਬਟ ਸਾਨੂੰ ਠੀਕ ਹੋਣਾ ਹੈ।
that is a very wrong way of looking at this problem, क्योंकि WHO ने खुद ही कहा है कि this is a relapsing and remitting disorder। रिलैप्स ਦਾ मतलब है कि ਉਹ ਨਸ਼ਾ ਵਿੱਚੋਂ ਦੁਬਾਰਾ ਵੀ ਕਰ ਸਕਦਾ ਹੈ ਮਰੀਜ਼, ਰਿਮਿਸ਼ਨ ਜੀ ਦਾ ਮਤਲਬ ਹੈ ਕਿ ਉਹ ਠੀਕ ਵੀ ਹੋ ਸਕਦਾ ਹੈ। ਤੇ ਇਹ ਕਦੇ ਤਾਂ ਬਿਲਕੁਲ ਠੀਕ ਰਹੂਗਾ ਮਰੀਜ਼ ਤੇ ਕਦੇ ਰਿਲੈਪਸ ਕਰ ਜਾਊਗਾ, ਬਟ ਵਿੱਚ ਦਵਾਈ ਲੈਣੀ ਬਹੁਤ ਜ਼ਰੂਰੀ ਹੈਗੀ ਹੈ। ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਕਿੰਨੇ ਪ੍ਰਤੀਸ਼ਤ ਜਾਂ ਫਿਰ ਕਿੰਨੀ ਜਨਸੰਖਿਆ ਦੇ ਲੋਕ ਇਸ ਦੇ ਆਦੀ ਹੋ ਚੁੱਕੇ ਨੇ? ਇਹ ਦੇਖਿਆ ਗਿਆ ਹੈ, ਇੱਕ ਸਟੱਡੀ ਕੀਤੀ ਗਈ ਸੀਗੀ ਪੰਜਾਬ ਸਰਕਾਰ ਦੁਆਰਾ, ਪੰਜਾਬ ਓਪੀਓਇਡ ਡਿਪੈਂਡੈਂਸ ਸਰਵੇ ਕੀਤਾ ਗਿਆ ਸੀਗਾ। ਇਹ ਸਪੈਸੀਫਿਕਲੀ ਸਿਰਫ ਓਪੀਓਇਡ ਦੇ ਨਸ਼ਿਆਂ ਦਾ ਸਰਵੇ ਸੀਗਾ, ਐਲਕੋਹਲ ਤੇ ਨਿਕੋਟੀਨ ਵਗੈਰਾ ਦਾ ਨਹੀਂ ਇਨਕਲੂਡਡ ਸੀਗਾ ਇਹਦੇ ਵਿੱਚ। ਤੇ ਉਹਨਾਂ ਨੇ ਇਹ ਦੇਖਿਆ ਸੀਗਾ ਕਿ 1.93 lakhs ਅਰਾਊਂਡ 2 ਲੱਖ ਲੋਕ ਜਿਹੜੇ ਹੈਗੇ ਨੇ ਉਹ ਓਪੀਓਇਡ ਡਿਪੈਂਡੈਂਟ ਹੈਗੇ ਨੇ ਜਾਂ ਉਹਨਾਂ ਨੂੰ ਓਪੀਓਇਡ ਦੀ ਐਡਿਕਸ਼ਨ ਹੈਗੀ ਹੈ। ਤੇ ਇਹ ਵੀ ਦੇਖਿਆ ਗਿਆ ਸੀਗਾ ਕਿ 9 ਲੱਖ ਤੋਂ 9.5 ਲੱਖ ਜਨਤਾ ਜਿਹੜੀ ਹੈਗੀ ਹੈ ਪੰਜਾਬ ਦੀ, ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਪ੍ਰਕਾਰ ਦਾ ਓਪੀਓਇਡ ਦਾ ਨਸ਼ਾ ਕਰਦੀ ਹੈਗੀ ਹੈ, ਇਸ ਦੇ ਵਿੱਚ ਜੋ ਕਿ ਕਿਹੜਾ ਬਹੁਤ ਜ਼ਿਆਦਾ ਹੈ। ਜੀ ਇਸ ਦੇ ਵਿੱਚ ਕਿਹੜਾ ਕਿਹੜਾ ਨਸ਼ਾ ਸ਼ਾਮਿਲ ਹੈ? ਇਹਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ 50% ਤੋਂ ਜ਼ਿਆਦਾ ਲੋਕੀ ਹੈਰੋਇਨ ਦਾ ਨਸ਼ਾ ਕਰਦੇ ਸੀਗੇ, ਜਿਹੜੇ ਕਿ ਅਰਾਊਂਡ 1 ਲੱਖ ਲੋਕੀ ਆਪਾਂ ਮੰਨ ਕੇ ਚੱਲ ਸਕਦੇ ਹਾਂ। ਉਹਨਾਂ ਚੋਂ ਵੀ 50% ਇਹ ਦੇਖੇ ਗਏ ਸੀਗੇ ਜਿਹੜੇ ਕਿ ਇੰਜੈਕਸ਼ਨ ਦਾ ਨਸ਼ਾ ਕਰਦੇ ਨੇ, ਤੇ ਬਾਕੀ ਅਰਾਊਂਡ 37% ਜਿਹੜੇ ਲੋਕੀ ਸੀਗੇ ਉਹ ਇਦਾਂ ਦੇ ਸੀਗੇ ਜਿਹੜੇ ਕਿ ਲੋ ਪੋਟੈਂਸੀ ਡਰੱਗਸ ਲੈਂਦੇ ਸੀਗੇ, ਜਿਵੇਂ ਕਿ ਅਫੀਮ, ਭੁੱਕੀ, ਇਦਾਂ ਦੇ ਨਸ਼ੇ ਕਰਦੇ ਸੀਗੇ। ਤੇ ਅਰਾਊਂਡ 10 to 15% ਇਦਾਂ ਦੇ ਮਰੀਜ਼ ਵੀ ਸੀਗੇ ਜਿਹੜੇ ਕਿ ਮੈਡੀਕਲ ਨਸ਼ਾ ਕਰਦੇ ਸੀਗੇ, ਜਿਵੇਂ ਕਿ ਸਪਾਜ਼ਮੋਪ੍ਰੋਕਸੀਵੈਨ ਦੀ ਦਵਾਈਆਂ ਜਾਂ ਟ੍ਰੈਮਾਡੋਲ ਦੀ ਦਵਾਈਆਂ ਜਾਂ ਫੋਰਟਵਿਨ ਦੇ ਇੰਜੈਕਸ਼ਨ ਜਾਂ ਨੈਲੋਰਫਿਨ ਦੇ ਇੰਜੈਕਸ਼ਨ ਉਹ ਲਾਉਂਦੇ ਸੀਗੇ। ਜੀ ਪੰਜਾਬ ਸਰਕਾਰ ਇਸ ਸਮੱਸਿਆ ਦੇ ਹੱਲ ਦੇ ਲਈ ਕੀ ਕੁਝ ਕਰ ਰਹੀ ਹੈ? ਦੇਖੋ, ਪੰਜਾਬ ਸਰਕਾਰ ਨੇ ਤਾਂ ਜਦ ਪੰਜਾਬ ਸਰਕਾਰ ਬਣੀ ਸੀਗੀ ਤਦੇ ਉਹਨਾਂ ਨੇ ਇਹ ਸਲੋਗਨ ਹੀ ਦਿੱਤਾ ਸੀਗਾ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ। ਤੇ ਇਹਦੇ ਲਈ ਉਹਨਾਂ ਨੇ ਆਪਣੀ ਤਰਫੋਂ 193 ਓਟ ਸੈਂਟਰ ਖੋਲੇ ਨੇ, ਤੇ ਸਰਕਾਰੀ ਤੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ ਖੋਲੇ ਗਏ ਨੇ ਹਰ ਡਿਸਟ੍ਰਿਕਟ ਦੇ ਵਿੱਚ। ਤੇ ਹੁਣ ਈਵਨ ਕਿ ਭਾਰਤ ਸਰਕਾਰ ਵੀ ਇਹਦੇ ਵਿੱਚ ਬੜਾ ਹਿੱਸਾ ਲੈ ਰਹੀ ਹੈਗੀ ਹੈ, ਤੇ ਭਾਰਤ ਸਰਕਾਰ ਨੇ ਵੀ ਇੱਕ ਸਕੀਮ ਸ਼ੁਰੂ ਕੀਤੀ ਹੈ ਜਿਹਨੂੰ ਕਿ ਨਸ਼ਾ ਮੁਕਤ ਭਾਰਤ ਸਕੀਮ ਦਾ ਨਾਮ ਦਿੱਤਾ ਗਿਆ ਹੈ, ਜਿਹਦੇ ਵਿੱਚ ਉਹਨਾਂ ਨੇ 350 ਕਰੋੜ ਰੁਪਇਆ ਇਹਦੇ ਵਿੱਚ ਲਾਉਣ ਦੀ ਗੱਲ ਕੀਤੀ ਹੈਗੀ ਹੈ। ਤੇ ਉਹਨਾਂ ਨੇ 272 ਡਿਸਟ੍ਰਿਕਟ ਚੂਜ਼ ਕੀਤੇ ਨੇ ਆਲ ਓਵਰ ਇੰਡੀਆ, ਜਿਨ੍ਹਾਂ ਦੇ ਵਿੱਚ ਉਹ ਇਸ ਨਸ਼ਾ ਛਡਾਊ ਅਭਿਆਨ ਨੂੰ ਚਲਾਣਗੇ। ਉਹਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ ਪੰਜਾਬ ਦੇ 22 ਡਿਸਟ੍ਰਿਕਟਸ ਚੋਂ 18 ਡਿਸਟ੍ਰਿਕਟਸ ਦਾ ਨਾਮ ਸੀਗਾ ਜਿਨ੍ਹਾਂ ਨੂੰ ਉਹਨਾਂ ਨੇ ਇੰਕਲੂਡ ਕੀਤਾ ਹੈ। ਉਦਾਂ ਹੀ ਹਰਿਆਣਾ ਦੇ ਵਿੱਚ 10 ਡਿਸਟ੍ਰਿਕਟਸ ਨੂੰ ਇੰਕਲੂਡ ਕੀਤਾ ਗਿਆ ਹੈ ਇਸ ਨਸ਼ਾ ਮੁਕਤ ਭਾਰਤ ਅਭਿਆਨ ਦੇ ਵਿੱਚ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਜੂਨ ਦੇ ਵਿੱਚ ਆਪਾਂ ਇਹ ਤੁਹਾਡੀ ਇੰਟਰਵਿਊ ਕਰ ਰਹੇ ਹਾਂ। ਕੀ ਮਕਸਦ ਹੈ ਕਿ 26 ਜੂਨ ਦਾ ਹੀ ਦਿਨ ਰੱਖਿਆ ਗਿਆ ਸੀਗਾ? ਇਸ ਦੇ ਪਿੱਛੇ ਦੀ ਕੀ ਕਹਾਣੀ ਹੈ ਤੁਹਾਡੇ ਤੋਂ ਜਾਣਨਾ ਚਾਹਾਂਗੇ। ਬੇਸਿਕਲੀ 26 ਜੂਨ ਨੂੰ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਦਾ ਨਾਮ ਦਿੱਤਾ ਗਿਆ ਹੈ। ਇਹ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ 1987 ਦੇ ਵਿੱਚ ਡਿਸਾਈਡ ਕੀਤਾ ਸੀ ਕਿ ਉਹ ਇੱਕ ਆਦਮੀ ਦਾ ਸਨਮਾਨ ਕਰਨ ਲਈ ਇਸ ਡੇ ਨੂੰ ਮਨਾਉਣਗੇ। ਉਸ ਆਦਮੀ ਦਾ ਨਾਮ ਹੈਗਾ ਲਿਨ ਜ਼ੈਕਸੂ। ਉਹ ਇੱਕ ਚਾਈਨੀਜ਼ ਆਦਮੀ ਸੀਗਾ। He was the viceroy of China in 1840 ਤੇ 1845 ਦੇ ਵਿੱਚ। He was the first person ਜਿਨ੍ਹਾਂ ਨੇ ਫਸਟ ਓਪੀਅਮ ਵਾਰ ਦੇ ਵਿੱਚ ਓਪੀਓਇਡਸ ਦੇ ਖਿਲਾਫ ਇੱਕ ਵਾਰ ਲੜਿਆ ਸੀਗਾ, ਇੱਕ ਲੜਾਈ ਲੜੀ ਸੀਗੀ ਇਸ ਨੂੰ ਆਪਣੀ ਕੰਟਰੀ ਨੂੰ ਨਸ਼ਾ ਮੁਕਤ ਬਣਾਉਣ ਲਈ। ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਬਰੀਫ ਦੇ ਵਿੱਚ ਦੱਸ ਦਿੰਦਾ ਹੈ ਕਿ ਉਸ ਟਾਈਮ ਦੇ ਵਿੱਚ ਚਾਈਨਾ ਦੇ ਕੋਲ ਬਹੁਤ ਪੈਸਾ ਸੀਗਾ, ਕਿਉਂਕਿ ਉਹਨਾਂ ਦਾ ਸਿਲਕ ਦਾ ਕੰਮ, ਪੋਰਸਿਲਿਨ ਦਾ ਕੰਮ ਤੇ ਚਾਈਨਾ ਦੀ ਟੀ ਜਿਹੜੀ ਸੀਗੀ ਉਹ ਬਹੁਤ ਫੇਮਸ ਸੀਗੀ।
ਪੂਰੇ ਯੂਰਪ ਦੇ ਵਿੱਚ ਤੇ ਬਾਕੀ ਜਿੰਨੇ ਦੇਸ਼ ਸੀਗੇ ਉਹਨਾਂ ਦੇ ਵਿੱਚ ਇਹਨਾਂ ਦਾ ਸਪਲਾਈ ਜਾਂਦਾ ਸੀਗਾ ਤੇ ਓਬਵੀਅਸਲੀ ਉਹਨਾਂ ਕੋਲ ਪੈਸਾ ਵੀ ਚੰਗਾ ਆ ਰਿਹਾ ਸੀਗਾ ਤੇ ਬ੍ਰਿਟੇਨ ਸਰਕਾਰ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹਨੂੰ ਇਹ ਗੱਲ ਰਾਸ ਨਹੀਂ ਆ ਰਹੀ ਸੀਗੀ ਕਿ ਯੂਰਪ ਦਾ ਪੈਸਾ ਚਾਈਨਾ ਦੇ ਵਿੱਚ ਕਿੱਥੋਂ ਜਾ ਰਿਹਾ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਓਪੀਅਮ ਦਾ ਜਿਹੜਾ ਬਣਾਉਣਾ ਸੀਗਾ ਉਸ ਟਾਈਮ ਤੇ ਇਹ ਸਾਰੇ ਨਸ਼ੇ ਚਿੱਟਾ ਵਗੈਰਾ ਤਾਂ ਮਿਲਦਾ ਨਹੀਂ ਸੀਗਾ ਸਿਰਫ ਅਫੀਮ ਓਪੀਓਇਡ ਜਿਹੜਾ ਕਿ ਪਲਾਂਟ ਗਰੋਥ ਹੁੰਦੀ ਸੀਗੀ ਉਹ ਹੁੰਦਾ ਸੀਗਾ ਕਲਟੀਵੇਸ਼ਨ ਕਰਦੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਦੇ ਸਟਾਰਟਡ ਗਰੋਇੰਗ ਦਿਸ ਓਪੀਅਮ ਇਨ ਬੰਗਾਲ ਦੇ ਵਿੱਚ ਉਹ ਬਣਾਉਣ ਲੱਗ ਗਏ ਇਸ ਨੂੰ ਐਂਡ ਇਸ ਅਫੀਮ ਨੂੰ ਉਹ ਚਾਈਨੀਜ਼ ਸਮਗਲਰਸ ਨੂੰ ਵੇਚਣ ਲੱਗ ਗਏ ਸੋ ਦੈਟ ਕਿ ਉਹ ਚਾਈਨਾ ਦੇ ਵਿੱਚ ਨਸ਼ਾ ਜਾਵੇ ਤੇ ਜਿਹੜਾ ਵੀ ਪੈਸਾ ਹੈਗਾ ਉਹ ਇਹਨਾਂ ਕੋਲ ਯੂਰੋਪੀਅਨਸ ਕੋਲ ਵਾਪਸ ਆ ਜਾਵੇ ਤੇ ਇਹ ਜਿਹੜਾ ਬੰਦਾ ਸੀਗਾ ਲਿਨ ਜ਼ੈਕਸੂ ਇਹਨੇ ਇੱਕ ਲੜਾਈ ਲੜੀ ਉੱਥੇ ਇਹਨੇ ਉਹਨਾਂ ਦਾ ਸਾਰਾ ਓਪੀਓਇਡ ਦਾ ਨਸ਼ਾ ਸੀਜ਼ ਕਰ ਲਿਆ ਉਹਨਾਂ ਤੋਂ ਤੇ ਇਸ ਕਰਕੇ ਬ੍ਰਿਟੇਨ ਸਰਕਾਰ ਨੇ ਆ ਕੇ ਆਪਣੀ ਨੇਵੀ ਦੀ ਫੋਰਸਿਸ ਲੜਾਤੀਆਂ ਐਂਡ देयर वाज अ ਵਾਰ that was fought ਉਸ ਵਾਰ ਦੇ ਵਿੱਚ ਚਾਈਨਾ ਬੇਸ਼ੱਕ ਹਾਰ ਗਿਆ ਸੀਗਾ ਬਟ ਫਿਰ ਵੀ ਇਸ ਬੰਦੇ ਦੀ ਕੰਟਰੀਬਿਊਸ਼ਨ ਨੂੰ ਬਹੁਤ ਜ਼ਿਆਦਾ ਮਹੱਤਵਤਾ ਦਿੱਤੀ ਗਈ ਐਸੇ ਕਰਕੇ ਤੁਸੀਂ ਸੁਣਿਆ ਹੋਣਾ ਕਿ ਚਾਈਨਾ ਦਾ ਪਾਰਟ ਹੋਣ ਕਰਕੇ ਵੀ ਹਾਂਗਕਾਂਗ ਨੂੰ ਇੱਕ ਸੈਪਰੇਟ ਸਟੇਟਸ ਦਿੱਤਾ ਹੋਇਆ ਹੈ ਇਹ ਹਾਂਗਕਾਂਗ ਨੂੰ ਜਿਹੜਾ ਸੈਪਰੇਟ ਸਟੇਟਸ ਦਿੱਤਾ ਗਿਆ ਹੈ ਇਹ ਇਸੇ ਵਾਰ ਤੋਂ ਬਾਅਦ ਇੱਕ ਟ੍ਰੀਟੀ ਕੀਤੀ ਗਈ ਸੀਗੀ ਉਹਦੇ ਵਿੱਚ ਦਿੱਤਾ ਗਿਆ ਸੀਗਾ ਕਿ ਇਹ ਜਿਹੜਾ ਹਾਂਗਕਾਂਗ ਹੈਗਾ ਇਹ ਬ੍ਰਿਟੇਨ ਦੇ ਕੋਲ ਰਹੇਗਾ ਤਾਂ ਕਾਫੀ ਦਿਲਚਸਪ ਕਹਾਣੀ ਇਹ ਹੈ ਕਿ ਆਖਿਰਕਾਰ 26 ਜੂਨ ਨੂੰ ਹੀ ਇਹ ਦਿਨ ਕਿਉਂ ਮਨਾਇਆ ਜਾ ਰਿਹਾ ਹੈ ਕਿਉਂ ਸਨਮਾਨਿਤ ਕੀਤਾ ਜਾ ਰਿਹਾ ਇਸ ਤੋਂ ਬਾਅਦ ਜਾਨਣਾ ਚਾਹਾਂਗੇ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਬਾਕੀ ਨਸ਼ੇ ਨਹੀਂ ਮਿਲਦੇ ਸੀ ਔਰ ਅਫੀਮ ਵਗੈਰਾ ਸਿਰਫ ਉਗਾਈ ਜਾਂਦੀ ਸੀ ਜਿਹੜੇ ਹੁਣ ਨਸ਼ੇ ਬਣ ਰਹੇ ਨੇ ਇਹ ਕਿਵੇਂ ਬਣ ਰਹੇ ਨੇ ਕੁਝ ਦੱਸਣਾ ਚਾਹੋਗੇ ਇਸ ਬਾਬਤ ਜਿਹੜੇ ਹੁਣ ਨਸ਼ੇ ਬਣ ਰਹੇ ਨੇ ਜੀ ਇਹ ਸਿੰਥੈਟਿਕ ਨਸ਼ੇ ਨੇ ਇਹਨਾਂ ਸੇਮ ਜਿਹੜੇ ਪਲਾਂਟ ਪ੍ਰੋਡਕਟਸ ਨੇ ਇਹਨਾਂ ਨੂੰ ਹੋਰ ਕਨਸੈਂਟਰੇਟ ਕੀਤਾ ਜਾਂਦਾ ਹੈ ਇਹਨਾਂ ਦੇ ਉੱਤੇ ਕੈਮੀਕਲ ਟੈਸਟ ਕਰੇ ਜਾਂਦੇ ਨੇ ਕੈਮੀਕਲ ਟੈਸਟ ਕਰਕੇ ਜਿਹੜਾ ਕਿ ਇਹਨਾਂ ਦਾ ਐਕਟਿਵ ਸਬਸਟੈਂਸ ਹੁੰਦਾ ਹੈ ਜਿਵੇਂ ਕਹਿ ਲਓ ਕਿ ਭੰਗ ਦੇ ਵਿੱਚ ਟ੍ਰਾਈਹਾਈਡਰੋਕੈਨਾਬਿਨੋਲ ਜਿਹੜਾ ਇੱਕ ਸਬਸਟੈਂਸ ਹੈਗਾ ਐਕਟਿਵ ਸਬਸਟੈਂਸ ਉਸ ਐਕਟਿਵ ਸਬਸਟੈਂਸ ਨੂੰ ਇਹ ਕਨਸੈਂਟਰੇਟਿਡ ਫਾਰਮ ਦੇ ਵਿੱਚ ਕੱਢ ਲੈਂਦੇ ਨੇ ਤੇ ਉਹਦਾ ਜਿਹੜਾ ਨਸ਼ਾ ਹੈਗਾ ਉਹ ਉਸ ਪਲਾਂਟ ਫਾਰਮ ਤੋਂ ਵੀ ਜ਼ਿਆਦਾ ਪੋਟੈਂਟ ਹੁੰਦਾ ਹੈ ਤੇ ਜ਼ਿਆਦਾ ਅਸਰ ਕਰਦਾ ਹੈ ਬਟ ਦਿੱਕਤ ਇਹਦੇ ਵਿੱਚ ਇਹੀ ਹੈਗੀ ਹੈ ਕਿ ਜਿਹੜਾ ਮਰੀਜ਼ ਇਹ ਨਸ਼ਾ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਇਸ ਨਸ਼ੇ ਤੋਂ ਹਟਿਆ ਨਹੀਂ ਜਾ ਪਾਉਂਦਾ ਉਹਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਨਸ਼ੇ ਦੀ ਲੱਤ ਤੋਂ ਹਟਣ ਦੇ ਲਈ ਜੀ ਜਿਹੜੇ ਮਰੀਜ਼ ਤੁਹਾਡੇ ਕੋਲ ਆਮ ਤੌਰ ਤੇ ਆਉਂਦੇ ਨੇ ਕੀ ਕਾਰਨ ਦੱਸਦੇ ਨੇ ਕਿ ਉਹਨਾਂ ਨੇ ਪਹਿਲੀ ਵਾਰ ਨਸ਼ਾ ਕਿਉਂ ਕੀਤਾ ਸੀ ਦੇਖੋ 90% ਜਿਹੜੇ ਮਰੀਜ਼ ਮੇਰੇ ਕੋਲ ਆਉਂਦੇ ਨੇ ਉਹ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਯੰਗ ਮੇਲਸ ਹੁੰਦੇ ਨੇ ਹੂ ਆਰ ਬਿਟਵੀਨ ਦ ਏਜ ਆਫ 18 ਤੋਂ 30-35 ਦੀ ਉਮਰ ਦੇ ਹੁੰਦੇ ਨੇ ਉਹਨਾਂ ਨੇ ਪਹਿਲੀ ਵਾਰੀ ਜਿਹੜਾ ਨਸ਼ਾ ਕੀਤਾ ਹੁੰਦਾ ਉਹ ਜਾਂ ਤਾਂ ਆਪਣੇ ਦੋਸਤਾਂ ਨਾਲ ਜਾ ਕੇ ਕੀਤਾ ਹੁੰਦਾ ਹੈ ਜਾਂ ਕੁਝ ਲੋਕੀ ਇਹ ਵੀ ਕਹਿੰਦੇ ਨੇ ਕਿ ਮੈਨੂੰ ਜਿਹੜੇ ਲੇਬਰਰਸ ਹੁੰਦੇ ਨੇ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ ਰਾਤ ਨੂੰ ਵੀ ਡਿਊਟੀਆਂ ਦੇਣੀਆਂ ਪੈਂਦੀਆਂ ਹੈ ਤੇ ਇਸ ਕਰਕੇ ਸੋ ਦੈਟ ਆਪਣੀ ਪੋਟੈਂਸੀ ਵਧਾਉਣ ਲਈ ਆਪਣੇ ਕੰਮ ਕਰਨ ਦੀ ਤਾਕਤ ਜਾਂ ਸ਼ਮਤਾ ਵਧਾਉਣ ਲਈ ਵੀ ਕਈ ਲੋਕੀ ਦੱਸਦੇ ਨੇ ਕਿ ਉਹਨਾਂ ਨੇ ਇਹ ਨਸ਼ਾ ਸ਼ੁਰੂ ਕੀਤਾ ਬਟ ਉਹਨਾਂ ਨੂੰ ਇਹ ਚੀਜ਼ ਜਦੋਂ ਨਸ਼ੇ ਸ਼ੁਰੂ ਕਰਦੇ ਨੇ ਤਦ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਹੁੰਦੀ ਕਿ ਇਨ ਦ ਲੌਂਗ ਰਨ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਹੈ ਇਹ ਨਸ਼ਾ ਜਿਹੜਾ ਹੈਗਾ ਇਹ ਸਰੀਰ ਨੂੰ ਖਤਮ ਕਰਦਾ ਹੈ ਨਾ ਕਿ ਸਰੀਰ ਨੂੰ ਜ਼ਿਆਦਾ ਫੁਰਤੀਲਾ ਬਣਾਉਂਦਾ ਜੀ ਇੱਕ ਬਹੁਤ ਹੀ ਝੰਜੋੜ ਦੇਣ ਵਾਲੀ ਕਹਾਣੀ ਮੈਂ ਵੀ ਸੁਣੀ ਸੀ ਜਿਸ ਦੇ ਵਿੱਚ ਕੁਝ ਮਜ਼ਦੂਰ ਔਰਤਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹ ਕੰਮ ਤੇ ਜਾਣ ਤੋਂ ਪਹਿਲਾਂ ਆਪਣੇ ਛੋਟੇ ਬੱਚਿਆਂ ਨੂੰ ਅਫੀਮ ਖਵਾ ਕੇ ਜਾਂਦੀਆਂ ਨੇ ਤਾਂ ਕਿ ਉਹ ਸ਼ਾਮ ਤੱਕ ਜਾਗੇ ਹੀ ਨਾ ਅਜਿਹੀਆਂ ਕਹਾਣੀਆਂ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕਾਫੀ ਸਾਰੀਆਂ ਹੋਣਗੀਆਂ ਔਰ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹਨਾਂ ਲੋਕਾਂ ਨੂੰ ਤੇ ਉਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕੀ ਕੁਝ ਕੀਤਾ ਮੇਰੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਮੇਰੇ ਕੋਲ ਹਰ ਤਰ੍ਹਾਂ ਦੇ ਹਰ ਏਜ ਗਰੁੱਪ ਦੇ ਮਰੀਜ਼ ਆਉਂਦੇ ਨੇ ਕੁਝ 50-60 ਸਾਲ ਦੇ ਬਜ਼ੁਰਗ ਲੋਕੀ ਵੀ ਆਉਂਦੇ ਨੇ ਜਿਹੜੇ ਕਿ ਪਹਿਲਾਂ ਅਫੀਮ ਤੇ ਭੁੱਕੀ ਦਾ ਨਸ਼ਾ ਕਰਿਆ ਕਰਦੇ ਸੀਗੇ ਬਟ ਹੁਣ
ਬਿਕੋਜ਼ ਆਫ ਦਾ ਲੋਕਡਾਊਨ ਇਹ ਸਬਸਟੈਂਸ ਇੰਨਾ ਮਹਿੰਗਾ ਹੋ ਗਿਆ ਹੈ, ਇੱਕ ਇੱਕ ਤੋਲਾ ਉਹਨਾਂ ਨੂੰ 4-4 5-5 ਹਜ਼ਾਰ ਰੁਪਏ ਦੇ ਕੇ ਲੈਣਾ ਪੈਂਦਾ ਹੈ। ਪਹਿਲਾਂ ਉਹਨਾਂ ਕੋਲ ਬਹੁਤ ਜ਼ਮੀਨਾਂ ਹੋਇਆ ਕਰਦੀ ਸੀਗੀਆਂ, ਉਹ ਕਹਿੰਦੇ ਸੀਗੇ ਕਿ ਸਾਡੇ ਕੋਲ 10-10 15-15 ਕਿੱਲੇ ਹੁੰਦੇ ਸੀਗੇ ਤੇ ਆਪਾਂ ਅਫੋਰਡ ਕਰ ਲੈਂਦੇ ਸੀ। ਆਪਾਂ ਕਿੱਲਿਆਂ ਨੂੰ ਜਿਹੜਾ ਸਾਡੀ ਜ਼ਮੀਨ ਹੈਗੀ ਆ ਉਹਨੂੰ ਕੰਟਰੈਕਟ ਤੇ ਦੇ ਦਿੰਦੇ ਸੀਗੇ ਤੇ ਸਾਨੂੰ ਪੈਸਾ ਆਉਂਦਾ ਰਹਿੰਦਾ ਸੀਗਾ। ਬਟ ਥੋੜਾ ਕਰਕੇ ਉਹ ਸਾਰਾ, ਇੱਕ ਮੇਰਾ ਮਰੀਜ਼ ਸੀਗਾ ਜਿਹਨੇ ਕਿ ਆਪਣੇ 10 ਕਿੱਲੇ ਵੇਚ ਦਿੱਤੇ ਇਸ ਨਸ਼ੇ ਕਰਕੇ ਹੀ। ਉਹਦੀ ਉਮਰ ਸੀਗੀ ਅਰਾਊਂਡ 50 ਸਾਲ, ਉਹ 30 ਸਾਲ ਦੀ ਉਮਰ ਤੋਂ ਨਸ਼ੇ ਕਰ ਰਿਹਾ ਸੀਗਾ ਤੇ 40 ਤੋਂ 42 ਸਾਲ ਦੀ ਉਮਰ ਦੇ ਵਿੱਚ ਉਹਨੂੰ ਕਿਸੇ ਨੇ ਹੈਰੋਇਨ ਦਾ ਨਸ਼ੇ ਦੀ ਲਤ ਤੋਂ ਸ਼ੁਰੂ ਕਰਵਾਤਾ ਤੇ ਉਹ ਮਰੀਜ਼ ਵਿਦਿਨ 10 ਸਾਲਾਂ ਦੇ ਵਿੱਚ ਉਹਨੇ ਆਪਣੀ ਸਾਰੀ ਜਿੰਨੀ ਜ਼ਮੀਨ ਸੀਗੀ ਸਾਰੀ ਵੇਚਤੀ ਤੇ ਹੁਣ ਉਹ ਇੱਕ ਟਰੱਕ ਡਰਾਈਵਰ ਦਾ ਕੰਮ ਕਰਦਾ ਹੈਗਾ ਤੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਉਹ ਟਰਾਂਸਪੋਰਟ ਦੇ ਕੰਮਾਂ ਦੇ ਵਿੱਚ ਹੀ ਆਪਣਾ ਟਾਈਮ ਕੱਢ ਰਿਹਾ ਹੈ ਤੇ ਉਸੇ ਨਾਲ ਹੀ ਆਪਣਾ ਘਰ ਵੀ ਚਲਾ ਰਿਹਾ ਹੈ ਤੇ ਆਪਣੇ ਦਵਾਈ ਦਾ ਵੀ ਖਰਚਾ ਚਲਾ ਰਿਹਾ ਹੈ। ਨਸ਼ਾ ਕਰ ਰਹੇ ਲੋਕਾਂ ਦਾ, ਜਿੱਥੇ ਕਿ ਪੁੱਤ ਵੀ ਨਸ਼ਾ ਕਰਦੇ ਨੇ, ਧੀਆਂ ਵੀ ਨਸ਼ਾ ਕਰਦੀਆਂ ਨੇ, ਉਸ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੈ? ਦੇਖੋ ਉਨ ਪਰਿਵਾਰਾਂ ਦਾ ਤਾਂ ਬਹੁਤ ਹੀ ਮਾੜਾ ਹਾਲ ਹੁੰਦਾ ਹੈ। ਇਨ ਦ ਲੌਂਗ ਰਨ ਉਹਨਾਂ ਦਾ ਜਿਹੜਾ ਸੋਸ਼ੋ ਇਕਨੋਮਿਕ ਸਟੇਟਸ ਹੈ ਉਹ ਵੀ ਥੱਲੇ ਜਾਂਦਾ ਹੈ ਤੇ ਘਰਾਂ ਦੇ ਵਿੱਚ ਆਪਸ ਦੇ ਵਿੱਚ ਹੀ ਇੰਨੀ ਲੜਾਈ ਝਗੜੇ ਹੁੰਦੇ ਨੇ, ਕਿਉਂਕਿ ਜਦ ਕਿਸੇ ਨੂੰ ਨਸ਼ਾ ਨਹੀਂ ਮਿਲਦਾ ਤੇ ਉਹ ਬੰਦਾ ਬਹੁਤ ਜ਼ਿਆਦਾ ਚਿੜਚਿੜਾ ਹੋ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਇੱਕ ਦੂਜੇ ਨਾਲ ਹੀ ਨਹੀਂ ਬਣਦੀ। ਦੂਜੀ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਇਹ ਨਸ਼ੇ ਲੀਗਲੀ ਤਾਂ ਮਿਲਦੇ ਨਹੀਂ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਸਰਕਾਰ ਵੱਲੋਂ ਵੀ ਇੱਕ ਡਰ ਰਹਿੰਦਾ ਹੈ ਕਿ ਆਪਾਂ ਕਿਸੇ ਪੁਲਿਸ ਦੇ ਕੰਮ ਦੇ ਵਿੱਚ ਨਾ ਫਸ ਜਾਈਏ, ਕਿ ਸਾਨੂੰ ਜੇਲ੍ਹ 'ਚ ਨਾ ਜਾਣਾ ਪੈ ਜਾਵੇ। ਤੇ ਕਈ ਲੋਕੀ ਇਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਕੁਝ ਅਮਾਉਂਟ ਦੇ ਵਿੱਚ ਨਸ਼ਾ ਫੜਿਆ ਜਾਂਦਾ ਹੈ ਤੇ ਉਹ ਜੇਲ੍ਹ ਵੀ ਜਾ ਕੇ ਆ ਚੁੱਕੇ ਹੁੰਦੇ ਨੇ।